ਸੋ ਅੱਜ ਦੇ ਪੇਂਡੂ ਸਵਾਣੀਆਂ ਦੇ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਕਿ ਸਵਾਣੀਆਂ ਲਈ ਘਰੇਲੂ ਸੁਚੱਜੇ ਪ੍ਰਬੰਧ। ਔਰ ਇਸ ਬਾਬਤ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਮੈਡਮ ਨਰਿੰਦਰਜੀਤ ਕੌਰ, ਜੋ ਫੈਮਿਲੀ ਰਿਸੋਰਸ ਮੈਨੇਜਮੈਂਟ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ। ਤੁਸੀਂ ਜਾਣਦੇ ਹੋ ਕਿ ਜੋ ਪ੍ਰਬੰਧ ਘਰੇਲੂ ਹੋਵੇ ਜਾਂ ਖੇਤੀਬਾੜੀ ਦਾ ਪ੍ਰਬੰਧ ਹੋਵੇ, ਉਹਦੇ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਜੇ ਅਸੀਂ ਉਸ ਤੋਂ ਖੁੰਝ ਜਾਈਏ ਤਾਂ ਅਸੀਂ ਬੇਲੋੜੀ ਮੁਸ਼ੱਕਤ ਜਿਹੜੀ ਆ ਉਹ ਬਹੁਤ ਕਰ ਬੈਠਦੇ ਹਾਂ। ਸੋ ਇਸ ਬਾਬਤ ਸਭ ਤੋਂ ਪਹਿਲਾਂ ਮੈਡਮ ਸਾਡੇ ਸਵਾਣੀਆਂ ਨੂੰ ਤੁਸੀਂ ਦੱਸੋ ਕਿ ਇਸ ਪ੍ਰਬੰਧ ਤੋਂ ਸੁਚੱਜੇ ਪ੍ਰਬੰਧ ਸਾਧਨਾਂ ਤੋਂ ਕੀ ਭਾਵ ਹੈ? ਸੁਚੱਜੇ ਸਾਧਨ ਪ੍ਰਬੰਧ ਦਾ ਰਿਆੜ ਜੀ ਪਹਿਲਾਂ ਤਾਂ ਇਹ ਹੈ ਕਿ ਕਿਉਂਕਿ ਖੇਤੀ ਪੱਧਰ ਦੇ ਵਾਸਤੇ, ਖੇਤੀ ਦੇ ਸਦੀਵੀ ਵਿਕਾਸ ਵਾਸਤੇ ਅਸੀਂ ਇਹ ਕਹਿ ਰਹੇ ਹਾਂ ਕਿ ਸਾਧਨ ਕਿਉਂਕਿ ਦਿਨੋਂ ਦਿਨ ਇਹਨਾਂ ਦੀ ਕਿੱਲਤ ਹੋ ਰਹੀ ਹੈ, ਫਿਰ ਉਹ ਸਾਧਨ ਕੁਦਰਤੀ ਹੋਣ ਜਾਂ ਮਨੁੱਖ 'ਤੇ ਬਣਾਏ ਹੋਏ, ਔਰ ਉਹਨਾਂ ਦੀ ਕਿੱਲਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਇਹ ਕਹਿੰਦੇ ਹਾਂ ਕਿ ਸੰਜਮੀ ਸਾਧਨ ਪ੍ਰਬੰਧ ਜਿਹੜਾ ਉਹ ਕਰਨਾ ਚਾਹੀਦਾ। ਜਦੋਂ ਖੇਤੀ ਦੇ ਵਿਕਾਸ ਲਈ ਸੰਜਮੀ ਸਾਧਨ ਪ੍ਰਬੰਧ ਦੀ ਗੱਲ ਆਉਂਦੀ ਹੈ ਤਾਂ ਖੇਤੀ ਕਿਉਂਕਿ ਪਰਿਵਾਰਕ ਧੰਦਾ ਹੈ, ਤਾਂ ਸਵਾਣੀਆਂ ਨੂੰ ਵੀ ਪਰਿਵਾਰਕ ਸਾਧਨਾਂ ਦਾ ਸੁਚੱਜਾ ਪ੍ਰਬੰਧ ਹੈ ਜਿਹੜਾ ਉਹਦਾ ਗਿਆਨ ਹੋਣਾ ਔਰ ਉਸ ਨੂੰ ਅਮਲ ਵਿੱਚ ਲਿਆਉਣਾ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ। ਸੋ ਇਸ ਕਰਕੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਭੈਣਾਂ ਨਾਲ ਇਹੀ ਗੱਲਬਾਤ ਕਰਾਂਗੀ ਕਿ ਸੁਚੱਜੇ ਸਾਧਨ ਪ੍ਰਬੰਧ ਤੋਂ ਸਾਡਾ ਭਾਵ ਕੀ ਹੈ। ਜਦੋਂ ਗੱਲ ਆਉਂਦੀ ਸੁਚੱਜੇ ਸਾਧਨ ਪ੍ਰਬੰਧ ਦੀ, ਉਹਦੇ ਵਿੱਚ ਜੇ ਆਪਾਂ ਮੋਟੀ ਜਿਹੀ ਭਾਸ਼ਾ 'ਚ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਅਸੀਂ ਆਪਣੀਆਂ ਪਰਿਵਾਰਕ ਲੋੜਾਂ ਨੂੰ, ਚਾਹੇ ਉਹ ਖੇਤੀ ਕੰਮਾਂ ਦੀਆਂ ਲੋੜਾਂ ਨੇ ਜਾਂ ਘਰੇਲੂ ਕੰਮਾਂ ਦੀਆਂ ਲੋੜਾਂ ਨੇ, ਜਿਹੜੀਆਂ ਵੀ ਪਰਿਵਾਰ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਆਪਣੇ ਜਿਹੜੇ ਸਾਧਨ ਨੇ ਵੱਖਰੇ ਵੱਖਰੇ, ਜਿਨ੍ਹਾਂ ਦਾ ਆਪਾਂ ਅੱਗੇ ਜ਼ਿਕਰ ਕਰਾਂਗੇ ਇਕੱਲੇ ਇਕੱਲੇ ਸਾਧਨ ਦਾ, ਉਹਨਾਂ ਦੀ ਵਰਤੋਂ ਇਸ ਢੰਗ ਨਾਲ ਕਰਦੇ ਹਾਂ ਵੀ ਘੱਟ ਤੋਂ ਘੱਟ ਸਾਧਨ ਜਿਹੜੇ ਆ ਉਹਨਾਂ ਦੀ ਖਪਤ ਦੁਆਰਾ ਅਸੀਂ ਵੱਧ ਤੋਂ ਵੱਧ ਆਪਣੇ ਪਰਿਵਾਰਕ ਉਦੇਸ਼ਾਂ ਦੀ ਜਾਂ ਪਰਿਵਾਰਕ ਲੋੜਾਂ ਦੀ ਜਾਂ ਗ੍ਰਸਥੀ ਦੇ ਕਾਰਜ ਵਿਧੀਆਂ ਦੀ ਜਿਹੜੀ ਹੈ ਪੂਰਤੀ ਕਰ ਸਕੀਏ। ਉਸੇ ਪ੍ਰਬੰਧ ਨੂੰ ਆਪਾਂ ਸੁਚੱਜਾ ਪ੍ਰਬੰਧ ਕਹਿੰਦੇ ਹਾਂ। ਸੋ ਵਾਕਿਆ ਹੀ ਜੋ ਮੈਡਮ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ ਕਿ ਸੁਚੱਜਾ ਪ੍ਰਬੰਧ ਜਿਹੜਾ ਹੈ ਉਹ ਘੱਟ ਤੋਂ ਘੱਟ ਮੁਸ਼ੱਕਤ ਕਰਕੇ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਜਿਹੜਾ ਅਸੀਂ ਲੈ ਸਕਦੇ ਹਾਂ, ਉਹ ਇੱਕ ਸੁਚੱਜਾ ਪ੍ਰਬੰਧ ਬਣ ਜਾਂਦਾ। ਮੈਮ ਗੱਲ ਆਉਂਦੀ ਹੈ ਕਿ ਜਿਵੇਂ ਪੰਜਾਬ ਦੀਆਂ ਸਵਾਣੀਆਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਕਿੰਨੇ ਕੁ ਗਿਆਨ ਦੀ ਲੋੜ ਹੈ, ਜਾਂ ਉਹ ਪਿੰਡ ਦੇ ਵਿੱਚੋਂ ਹੀ ਇਹ ਗਿਆਨ ਲੈ ਲੈਂਦੀਆਂ ਨੇ ਜਾਂ ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਉਹ ਗਿਆਨ ਚੱਲਦਾ ਆਉਂਦਾ, ਵੀ ਉਹਨਾਂ ਨੂੰ ਇਹ ਕਿੰਨਾ ਕੁ ਗਿਆਨ ਦੇਣ ਦੀ ਹੋਰ ਲੋੜ ਹੈ ਕਿ ਜਿੱਥੇ ਉਹ ਇਹ ਬੇਲੋੜੀ ਮੁਸ਼ੱਕਤ ਤੋਂ ਬਾਹਰ ਨਿਕਲ ਸਕਣ? ਜੀ, ਪਰਿਵਾਰਕ ਸਾਧਨਾਂ ਦੇ ਜਦੋਂ ਸੁਚੱਜੇ ਪ੍ਰਬੰਧ ਦੀ ਗੱਲ ਆਉਂਦੀ ਹੈ, ਚਾਹੇ ਉਹ ਬੇਲੋੜੀ ਮੁਸ਼ੱਕਤ ਦੇ ਰੂਪ ਵਿੱਚ ਹੋਵੇ, ਚਾਹੇ ਉਹ ਬੇਲੋੜੇ ਖਰਚੇ ਦੇ ਰੂਪ ਵਿੱਚ ਹੋਵੇ, ਕੋਈ ਵੀ ਸਾਧਨ ਨੇ ਉਹਨਾਂ ਨੂੰ ਆਪਾਂ ਸੁਚੱਜਾ ਉਹਨਾਂ ਦਾ ਪ੍ਰਬੰਧ ਕਰ ਤਾਂ ਹੀ ਸਕਦੇ ਹਾਂ ਜੇ ਉਹਨਾਂ ਦਾ ਸਾਨੂੰ ਮੁੱਢਲਾ ਗਿਆਨ ਸਵਾਣੀਆਂ ਨੂੰ ਜ਼ਰੂਰ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੀੜ੍ਹੀ ਦਰ ਪੀੜ੍ਹੀ ਜਾਂ ਆਪਣੀ ਜਿਹੜੀ ਉਹਨਾਂ ਦੀ ਪੁਰਾਣੀ ਜਿਹੜਾ ਗਿਆਨ ਹੈ ਉਹਦੇ ਦੁਆਰਾ ਉਹ ਕੁਝ ਕੰਮਾਂ ਦੇ ਤਰੀਕੇ ਜਾਂ ਕੁਝ ਕੰਮਾਂ ਨੂੰ ਕਰਨ ਦਾ ਢੰਗ, ਕੁਝ ਕੰਮਾਂ ਨੂੰ ਕਰਨ ਦਾ ਇੱਕ ਖਾਸ ਸਮਾਂ ਜ਼ਰੂਰ ਪੀੜ੍ਹੀ ਦਰ ਪੀੜ੍ਹੀ ਮਿੱਥ ਕੇ ਉਹ ਦੱਸਦੀਆਂ ਨੇ, ਪਰੰਤੂ ਵਿਗਿਆਨਕ ਢੰਗ ਨਾਲ ਉਹਨਾਂ ਨੂੰ ਮੂਲ ਰੂਪ ਦੇ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਵੀ ਇਹ ਕਿਹੜੇ ਕਿਹੜੇ ਵੱਖਰੇ ਵੱਖਰੇ ਪਰਿਵਾਰਕ ਸਾਧਨ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਅਣਗੌਲਿਆਂ ਹੀ ਕਰ ਦਿੰਦੇ ਹਾਂ। ਜੇਕਰ ਉਹਨਾਂ ਦਾ ਮੁੱਢਲਾ ਗਿਆਨ ਹੋਵੇਗਾ ਤਾਂ ਉਸ ਵਾਸਤੇ ਅੱਜ ਮੈਂ ਸਵਾਣੀਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਰਿਵਾਰਕ ਸਾਧਨਾਂ ਦੀ ਜੇ ਆਪਾਂ ਮੋਟੀ ਜਿਹੀ ਵੰਡ ਕਰੀਏ ਤਾਂ ਆਪਾਂ ਇਹਨਾਂ ਨੂੰ ਦੋ ਤਰ੍ਹਾਂ ਦੇ ਸਾਧਨ ਕਹਿ ਸਕਦੇ ਹਾਂ। ਇਹਦੇ 'ਚ ਇੱਕ ਤਾਂ ਮਨੁੱਖੀ ਸਾਧਨ ਜਿਹੜੇ ਕਿ ਸਾਡੀ ਸ਼ਖਸੀਅਤ ਦਾ ਇੱਕ ਅਨਿੱਖੜਵਾਂ ਅੰਗ ਬਣਦੇ ਨੇ, ਅੰਗ ਹੁੰਦੇ ਨੇ, ਔਰ ਦੂਸਰੇ ਉਹ ਭੌਤਿਕ ਸਾਧਨ ਜਿਹੜੇ ਕਿ ਸਾਨੂੰ ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਘਰ ਦੇ ਵਿੱਚ ਵਰਤਣ ਨੂੰ ਮਿਲਦੇ ਨੇ। ਉਦਾਹਰਨ ਦੇ ਤੌਰ 'ਤੇ ਮਨੁੱਖੀ ਸਾਧਨਾਂ ਦੇ ਵਿੱਚ ਮੈਂ ਜਿਵੇਂ ਦੱਸਾਂਗੀ ਕਿ ਸਵਾਣੀ ਦਾ ਆਪਣਾ ਗਿਆਨ ਦਾ ਪੱਧਰ ਜਾਂ ਉਹਦਾ ਕਿਸੇ ਵੀ ਕੰਮ ਨੂੰ ਕਰਨ ਦਾ ਉਹਦੇ ਹੁਨਰ ਦਾ ਪੱਧਰ, ਇਹ ਸਾਰੇ ਸਾਡੇ ਜਿਹੜੇ ਮਨੁੱਖੀ ਸ਼ਖਸੀਅਤ ਦੇ ਇੱਕ ਅਨਿੱਖੜਵੇਂ ਅੰਗ ਦੇ ਤੌਰ 'ਤੇ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਉਹਨਾਂ ਨੂੰ ਆਪਾਂ ਮਨੁੱਖੀ ਸਾਧਨ ਕਹਿੰਦੇ ਹਾਂ। ਅਤੇ ਦੂਸਰੀ ਸ਼੍ਰੇਣੀ 'ਚ ਆ ਜਾਂਦੇ ਨੇ ਉਹ ਸਾਧਨ ਜਿਹੜੇ ਕਿ ਸਿੱਧੇ ਤੌਰ 'ਤੇ ਸਾਡੀ ਸ਼ਖਸੀਅਤ ਦਾ ਹਿੱਸਾ ਤਾਂ ਨਹੀਂ ਹੁੰਦੇ, ਪਰੰਤੂ ਫਿਰ ਵੀ ਅਸੀਂ ਉਹਨਾਂ ਨੂੰ ਆਪਣੀ ਸੂਝ-ਬੂਝ ਦੇ ਅਨੁਸਾਰ ਉਹਨਾਂ ਦੀ ਵਰਤੋਂ ਆਪਣੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਨ ਲਈ ਕਰਦੇ ਹਾਂ। ਭਾਵੇਂ ਉਹ ਪਰਿਵਾਰ ਦੀ ਆਮਦਨ ਹੋਵੇ, ਸਾਡੇ ਘਰ ਦੇ ਕੰਮ ਕਰਨ ਵਾਲੇ ਜਾਂ ਖੇਤੀ ਦੇ ਕੰਮ ਕਰਨ ਵਾਲੇ ਵੱਖਰੇ ਵੱਖਰੇ ਸੰਦ ਹੋਣ, ਇਹਨਾਂ ਸਾਰਿਆਂ ਦੇ ਵਿੱਚ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਇਹ ਭੌਤਿਕ ਸਾਧਨਾਂ ਦੇ ਵਿੱਚ ਆ ਜਾਂਦੀਆਂ ਨੇ। ਸੋ ਬਹੁਤ ਜ਼ਰੂਰੀ ਹੈ ਕਿ ਸੁਚੱਜੇ ਪ੍ਰਬੰਧ ਨੂੰ ਲੈ ਕੇ ਭਾਵੇਂ ਖੇਤੀ ਹੋਵੇ ਜਾਂ ਕੋਈ ਘਰੇਲੂ
ਮੈਡਮ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਪਰਿਵਾਰਕ ਸਾਧਨ, ਜਿਵੇਂ ਤੁਸੀਂ ਹੁਣੇ ਗੱਲ ਦੱਸੀ ਕਿ ਪਰਿਵਾਰਕ ਸਾਧਨ ਦੇ ਵਿੱਚ ਇਹ ਦੋ ਗੱਲਾਂ ਆ ਜਾਂਦੀਆਂ ਨੇ, ਅਤੇ ਇਹ ਸਾਨੂੰ ਲੋੜ ਕਿਵੇਂ ਪੈਂਦੀ ਹੈ ਉਹ ਸਾਡੇ ਕਿਸਾਨ ਦੋਸਤਾਂ ਨੂੰ ਤੁਸੀਂ ਜ਼ਰੂਰ ਦੱਸੋ, ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਕਿਸੇ ਦੇ ਨਾਲ ਕੰਪੇਅਰ ਕਰਦੇ ਹਾਂ, ਪੰਜਾਬ ਦੇ ਰਹਿਣ ਸਹਿਣ ਨੂੰ ਜਾਂ ਇਹਨਾਂ ਦੇ ਪ੍ਰਬੰਧ ਨੂੰ, ਅਤੇ ਹੋਰ ਕਿਸੇ ਪ੍ਰਾਂਤ ਦੇ ਨਾਲ ਕਰਦੇ ਹਾਂ, ਅਤੇ ਮੈਨੂੰ ਉੱਥੇ ਥੋੜ੍ਹਾ ਜਿਹਾ ਆਪਣਾ ਪ੍ਰਬੰਧ ਦੇ ਮਸਲੇ ਦੇ ਵਿੱਚ ਆਪਾਂ ਥੋੜ੍ਹੇ ਧੁੰਦਲੇ ਦੇਖਦੇ ਹਾਂ। ਇਸ ਬਾਬਤ ਵੀ ਸਾਡੇ ਕਿਸਾਨ ਦੋਸਤਾਂ ਨੂੰ ਦੱਸੋ ਕਿ ਇਹ ਕਿਹੜੇ ਮੌਕੇ 'ਤੇ ਕਿਵੇਂ ਲੋੜ ਪੈਂਦੀ ਆ ਇਹਨਾਂ ਸਾਧਨਾਂ ਦੀ। ਜੀ, ਜਿਵੇਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਨੁੱਖੀ ਸਾਧਨਾਂ ਦੀ। ਜੇਕਰ ਸੁਆਣੀਆਂ ਨੂੰ ਤੇ ਘਰ ਦੇ ਹੋਰ ਮੈਂਬਰਾਂ ਨੂੰ ਵੀ, ਕਿਉਂਕਿ ਸੁਆਣੀ ਨੂੰ ਜੇਕਰ ਗਿਆਨ ਹੈ ਸਾਧਨਾਂ ਬਾਰੇ ਤਾਂ ਉਹ ਹੋਰ ਮੈਂਬਰਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਦੱਸ ਸਕਦੀ ਤੇ ਉਹਨਾਂ ਦੀ ਵਰਤੋਂ ਵੀ ਸੁਚੱਜੀ ਜਿਹੜੀ ਉਹਨਾਂ ਤੋਂ ਕਰਵਾ ਸਕਦੀ। ਸੋ ਮਨੁੱਖੀ ਸਾਧਨਾਂ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਕੰਮ ਕਰਨ ਵਾਲੇ ਦਾ, ਸਾਰੇ ਜੀਆਂ ਦਾ ਜਿਹੜਾ ਕੰਮ, ਕਿਸੇ ਵੀ ਕੰਮ ਨੂੰ ਕਰਨ ਪ੍ਰਤੀ ਜਿਹੜਾ ਸਾਡਾ ਵਤੀਰਾ ਉਹ ਕਿਵੇਂ ਦਾ ਹੈਗਾ। ਹੁਣ ਆਪਾਂ ਵਤੀਰੇ ਦੀ ਗੱਲ ਉੱਦਾਂ ਤੇ ਬਹੁਤ ਕਰਦੇ ਹਾਂ, ਪਰ ਵਤੀਰਾ ਤੁਹਾਡਾ ਜਿਹੜਾ ਉਹ ਸਾਧਨ ਕਿਵੇਂ ਬਣਦਾ, ਇਸ ਸੰਦਰਭ 'ਚ ਆਪਾਂ ਬਹੁਤ ਕਈ ਵਾਰੀ ਅਣਗੌਲਿਆ ਕਰ ਦਿੰਦੇ ਹਾਂ, ਜਿਹਦਾ ਕਿ ਪ੍ਰਬੰਧ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਸੋ ਜੇਕਰ ਸਾਡਾ ਵਤੀਰਾ ਜਾਂ ਦ੍ਰਿਸ਼ਟੀਕੋਣ ਆ ਜਿਹੜਾ ਕੰਮ ਕਰਨ ਪ੍ਰਤੀ, ਜੇ ਤਾਂ ਉਹ ਸੁਚੇਤ ਹੋਊਗਾ, ਹਾਂ ਵਾਚਕ ਹੋਊਗਾ, ਫਿਰ ਤਾਂ ਅਸੀਂ ਸੁਚਾਰੂ ਹੋਊਗਾ, ਫਿਰ ਉਹ ਸਾਡਾ ਜਿਹੜਾ ਕੰਮ ਹੈਗਾ ਉਹ ਵਧੀਆ ਢੰਗ ਨਾਲ ਨੇਪਰੇ ਚੜ੍ਹ ਸਕਦਾ। ਵਧੀਆ ਢੰਗ ਨਾਲ ਨੇਪਰੇ ਚੜ੍ਹਨ ਤੋਂ ਯਾਨੀ ਉਹਨੂੰ ਨੇਪਰੇ ਚੜ੍ਹਨ ਲਈ ਸਮਾਂ ਵੀ ਘੱਟ ਲੱਗੂਗਾ, ਉੱਤੇ ਖਰਚਾ ਵੀ ਘੱਟ ਆਊਗਾ। ਇਸੇ ਤਰ੍ਹਾਂ ਸਾਡੀ ਜਿਹੜੀ ਦਿਲਚਸਪੀ ਹੈ ਕੰਮ ਦੇ ਵਿੱਚ, ਹੁਣ ਦਿਲਚਸਪੀ ਸ਼ਬਦ ਦੀ ਵਰਤੋਂ ਤਾਂ ਅਸੀਂ ਬਹੁਤ ਕਰਦੇ ਹਾਂ, ਪਰ ਦਿਲਚਸਪੀ ਇੱਕ ਮਨੁੱਖੀ ਸਾਧਨ ਹੈ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਲਈ। ਇਸ ਬਾਰੇ ਸਾਨੂੰ ਗਿਆਨ ਨਹੀਂ ਹੁੰਦਾ। ਜੇਕਰ ਸਾਨੂੰ ਇਹ ਪਤਾ ਹੋਵੇ ਕਿ ਸਾਡੀ ਰੁਚੀ ਜਿਹੜੀ ਹੈ ਉਹ ਸਾਡੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਲਈ, ਸਾਡੇ ਪਰਿਵਾਰਕ ਸਾਧਨਾਂ ਨੂੰ, ਸਾਡੇ ਖੇਤੀ ਸਾਧਨਾਂ ਨੂੰ ਚੰਗੇ ਢੰਗ ਨਾਲ ਵਰਤਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਤਾਂ ਅਸੀਂ ਇਹਨੂੰ ਇੱਕ ਸਾਧਨ ਦੇ ਤੌਰ ਤੇ ਜਾਣਾਂਗੇ। ਔਰ ਜੇਕਰ ਕਿਸੇ ਕੰਮ 'ਚ ਸਾਡੀ ਰੁਚੀ ਸ਼ੁਰੂ ਦੇ ਵਿੱਚ ਨਹੀਂ ਵੀ ਹੈਗੀ ਤਾਂ ਅਸੀਂ ਉਸ ਨੂੰ ਉਹਦੇ 'ਚ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਨੂੰ ਇਹ ਗਿਆਨ ਹੋਊਗਾ ਵੀ ਇਹ ਇੱਕ ਬੜਾ ਵੱਡਾ ਸਾਧਨ ਹੈ। ਭਾਵੇਂ ਕਿ ਪੰਜਾਬੀ ਕਹਾਵਤਾਂ 'ਚ ਉੱਦਾਂ ਤੇ ਬੜੀ ਵਾਰੀ ਕਹਿੰਦੇ ਸੁਣਿਆ ਆਪਾਂ ਕਿ ਵੀ ਕੰਮ ਜਿਹੜਾ ਜੇ ਹੱਸ ਕੇ ਕਰੀਏ ਤਾਂ ਉਹ ਸੋਹਣੇ ਜ਼ਿਆਦਾ ਉਹਦਾ ਨਤੀਜਾ ਵਧੀਆ ਆਉਂਦਾ, ਪਰ ਉਹ ਇੱਕ ਪੰਜਾਬੀ ਦੇ ਅਖਾਣ 'ਚ ਹੈ ਨਾ ਕਿ ਰੋਂਦਾ ਘੋੜ ਚੜਾਈਏ, ਤੇ ਵੀ ਕੰਮ ਜਿਹੜਾ ਉਹ ਬਿਲਕੁਲ ਉਹਦੇ ਨਤੀਜੇ ਜਿਹੜੇ ਆ ਉਹ ਚੰਗੇ ਨਹੀਂ ਨਿਕਲਦੇ, ਔਰ ਉਹਦੇ 'ਚ ਸਾਧਨ ਜਿਹੜੇ ਨੇ ਉਹ ਵਿਅਰਥ ਚਲੇ ਜਾਂਦੇ ਨੇ, ਤੇ ਅਲਟੀਮੇਟਲੀ ਜਾਂ ਅੰਤ ਦੇ ਵਿੱਚ ਕੀ ਹੈ ਕਿ ਸਾਡਾ ਪ੍ਰਬੰਧ ਮਾੜਾ ਹੋ ਜਾਂਦਾ। ਇਸ ਤਰ੍ਹਾਂ ਦੇ ਮਨੁੱਖੀ ਸਾਧਨ ਬਹੁਤ ਸਾਰੇ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਆਪਾਂ ਗਿਆਨ ਦੀ ਗੱਲ ਕੀਤੀ ਹੈ, ਗਿਆਨ ਵੀ ਜੇਕਰ ਸਾਨੂੰ ਕਿਸੇ ਕੰਮ ਦਾ ਚੰਗੀ ਤਰ੍ਹਾਂ ਦਾ ਨਹੀਂ ਹੋਏਗਾ, ਗਿਆਨ ਦੇ ਵਿੱਚ ਅੱਗੋਂ ਫਿਰ ਆਉਂਦਾ ਹੈ ਰਿਆੜ ਸਾਹਿਬ ਵੀ ਇੱਕ ਤਾਂ ਹੁੰਦਾ ਆਮ ਗਿਆਨ, ਜਿਹੜਾ ਆਲੇ ਦੁਆਲੇ ਦਾ ਗਿਆਨ, ਉਹ ਵੀ ਤੁਹਾਡੇ ਪ੍ਰਬੰਧ ਨੂੰ ਬਹੁਤ ਜ਼ਿਆਦਾ ਅਸਰ ਪਾਉਂਦਾ। ਜਿੱਦਾਂ ਇੱਕ ਉਦਾਹਰਨ ਹੀ ਦੇਵਾਂਗੀ ਕਿ ਜੇਕਰ ਆਪਾਂ ਸੁਆਣੀਆਂ ਦੇ ਖੇਤੀ ਸੰਬੰਧੀ ਗਿਆਨ ਦੀ ਗੱਲ ਕਰੀਏ, ਜੇਕਰ ਉਹਨਾਂ ਨੂੰ ਇਹ ਆਮ ਗਿਆਨ ਹੋਊਗਾ ਕਿ ਕੰਮ ਕਰਦੇ ਸਮੇਂ, ਦਾਣਿਆਂ ਨੂੰ ਸੰਭਾਲਣ ਸਮੇਂ ਸਾਨੂੰ ਸਵੇਰੇ ਜਾਂ ਸ਼ਾਮ ਨੂੰ ਹੀ ਦਾਣੇ ਸੰਭਾਲਣੇ ਚਾਹੀਦੇ ਆ, ਨਹੀਂ ਤਾਂ ਧੁੱਪ ਚੜੀ ਤੇ ਜਦੋਂ ਸੰਭਾਲਦੇ ਆ ਆਪਣਾ ਹੀ ਪਸੀਨਾ ਵਿੱਚ ਡਿੱਗਦਾ, ਤੇ ਉਹ ਜਿੰਨੀ ਮਰਜ਼ੀ ਸਾਂਭ ਕੀਤੀ ਹੋਵੇ ਤੇ ਦਾਣੇ ਲੱਗ ਹੀ ਜਾਂਦੇ ਨੇ। ਸੋ ਉੱਦਾਂ ਤੇ ਵਿਚਾਰੀਆਂ ਕਈ ਵਾਰੀ ਬਹੁਤ ਦੱਸਦੀਆਂ ਵੀ ਇਹ ਕੰਮ ਸਾਜਰੇ ਕਰ ਲੈਣਾ ਚਾਹੀਦਾ, ਪਰ ਇਹਦੇ ਪਿੱਛੇ ਵਿਗਿਆਨਿਕ ਕੀ ਤੱਥ ਹੈਗਾ ਇਹਦੇ ਤੋਂ ਸਾਰੇ ਜਾਣੂ ਨਹੀਂ ਹੁੰਦੇ। ਸੋ ਜੇਕਰ ਕਿਸੇ ਨੂੰ ਨਹੀਂ ਵਕਤ ਲੱਗਦਾ ਸਵੇਰ ਦਾ ਤਾਂ ਉਹ ਦੁਪਹਿਰ ਨੂੰ ਸੰਭਾਲ ਬਹਿੰਦੇ ਨੇ, ਤੇ ਸਾਰਾ ਹੀ ਕੰਮ ਕਈ ਵਾਰੀ ਗੜਬੜ ਹੋ ਜਾਂਦਾ ਹੈਗਾ। ਇਸੇ ਤਰ੍ਹਾਂ ਇਹ ਗਿਆਨ ਹੈਗਾ ਆਮ ਤਰ੍ਹਾਂ ਦਾ ਗਿਆਨ। ਇਸੇ ਤਰ੍ਹਾਂ ਤਕਨੀਕੀ ਗਿਆਨ, ਜਿਹੜਾ ਤਕਨੀਕੀ ਗਿਆਨ ਦੀ ਅਣਹੋਂਦ ਜਾਂ ਤਕਨੀਕੀ ਗਿਆਨ ਦਾ ਪੂਰੇ ਪੱਧਰ ਤੱਕ ਨਾ ਹੋਣਾ, ਉਹ ਵੀ ਸੁਆਣੀਆਂ ਦੇ ਕੰਮਾਂ ਦੇ ਵਿੱਚ ਕਈ ਵਾਰੀ ਉਹਨਾਂ ਦੇ ਪ੍ਰਬੰਧ ਨੂੰ ਵਿਗਾੜ ਦਿੰਦਾ, ਜਿਹਦੇ ਕਰਕੇ ਜਿਹੜੇ ਹੈਗੇ ਆ ਕੁੱਲ ਮਿਲਾ ਕੇ ਕੀ ਹੁੰਦਾ ਕਿ ਸਾਨੂੰ, ਕਿਉਂਕਿ ਸੁਆਣੀਆਂ ਦੇ ਜਿਹੜੇ ਘਰੇਲੂ ਕੰਮ ਨੇ ਪਿੰਡਾਂ 'ਚ, ਉਹਨਾਂ 'ਚ ਬਹੁਤ ਸਾਰੇ ਕੰਮ ਖੇਤੀ ਦੇ ਕਾਰਜਾਂ ਦੇ ਨਾਲ ਸੰਬੰਧਿਤ ਹੀ ਹੁੰਦੇ ਨੇ, ਕਿਉਂਕਿ ਖੇਤੀ ਕੋਈ ਐਂ ਦਾ ਧੰਦਾ ਨਹੀਂ ਹੈ ਕਿ ਜਿਵੇਂ ਇੱਕ ਜਣਾ ਨੌਕਰੀ ਕਰਨ ਗਿਆ ਤੇ ਵੀ ਉਹਦੇ ਜਿੰਮੇ ਹੈ, ਜੀ ਪਰਿਵਾਰ ਦਾ ਉਹਦੇ ਲਈ ਜ਼ਿੰਮੇਵਾਰ ਹੁੰਦਾ। ਔਰ ਜੇਕਰ ਸੁਆਣੀ ਜਿਹੜੀ ਹੈ ਉਹਨੂੰ ਸਾਧਨ ਪ੍ਰਬੰਧ ਦਾ ਜਦੋਂ ਤੱਕ ਨਹੀਂ ਗਿਆਨ ਆਏਗਾ, ਉਦੋਂ ਤੱਕ ਆਪਾਂ ਸਦੀਵੀ ਖੇਤੀ ਵਿਕਾਸ ਦੇ ਵਿੱਚ ਸੰਜਮੀ ਸਾਧਨ ਪ੍ਰਬੰਧ ਨੂੰ ਅਮਲੀ ਰੂਪ ਨਹੀਂ ਦੇ ਸਕਦੇ ਹੈਗੇ। ਬਿਲਕੁਲ ਮੈਡਮ ਹੁਣਾਂ ਨੇ ਜਿਵੇਂ ਕਿਸਾਨ ਸੁਆਣੀਓ ਜਿਵੇਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿ ਸੁਚੱਜਾ ਪ੍ਰਬੰਧ ਵਾਕਿਆ ਹੀ ਇਹ ਹੀ ਨਹੀਂ ਹੈਗਾ ਕਿ ਆਮ ਗਿਆਨ, ਤੇ ਖਾਸ ਗਿਆਨ ਜਿਹੜਾ ਰੱਖਣ ਦੀ, ਤਕਨੀਕੀ ਗਿਆਨ ਰੱਖਣ ਦੀ ਬਹੁਤ ਸਖਤ ਜ਼ਰੂਰਤ ਹੈ। ਸੋ ਇਹ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਨੁੱਖੀ ਸਾਧਨਾਂ ਬਾਰੇ, ਇਸੇ ਤਰ੍ਹਾਂ ਤੁਸੀਂ ਗੱਲ ਕੀਤੀ ਇੱਕ ਭੌਤਿਕ ਸਾਧਨ ਵੀ ਹੁੰਦੇ ਨੇ ਜਿਨ੍ਹਾਂ ਦੇ ਬਾਬਤ ਵੀ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਉਹਨਾਂ ਬਾਬਤ ਵੀ ਸਾਡੀਆਂ ਸੁਆਣੀਆਂ ਦੇ ਨਾਲ ਤੁਸੀਂ ਗੱਲਬਾਤ ਕਰੋ।
ਮਨੁੱਖੀ ਸਾਧਨਾਂ 'ਚ ਜਿਵੇਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਸਾਡੀ ਸ਼ਖਸੀਅਤ ਦਾ ਇੱਕ ਹਿੱਸਾ ਹੁੰਦੇ ਨੇ ਕਿ ਚੰਗੇ ਕੰਮ ਲਈ ਰੁਚੀ ਰੱਖਣੀ, ਕੰਮ ਦਾ ਹੁਨਰ ਜਿਹੜਾ ਉਹ ਚੰਗੇ ਤਰੀਕੇ ਨਾਲ ਸਿੱਖਣਾ, ਉਹ ਜਿਹੜੇ ਵਿਅਕਤੀ ਨੇ ਸਿੱਖਿਆ ਉਹਦੇ ਤੱਕ ਸੀਮਤ ਹੁੰਦਾ ਹੈਗਾ। ਇਸ ਤੋਂ ਇਲਾਵਾ ਕੁਝ ਸਾਧਨ ਇਵੇਂ ਦੇ ਹੁੰਦੇ ਨੇ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਮਹੱਤਵਪੂਰਨ ਜਿਹੜੇ ਆ ਉਹ ਆ ਜਾਂਦੇ ਹੈਗੇ ਆ, ਜਿਵੇਂ ਚੀਜ਼ਾਂ ਵਸਤਾਂ, ਸਾਡੇ ਸੰਦ, ਵੱਖਰੇ ਵੱਖਰੇ ਕਾਰਜਾਂ ਨੂੰ ਕਰਨ ਵਾਲੇ ਅਨੇਕਾਂ ਹੀ ਛੋਟੇ ਤੋਂ ਲੈ ਕੇ ਸੂਈ ਤੋਂ ਲੈ ਕੇ ਟਰੈਕਟਰ ਤੱਕ ਖੇਤੀ ਤੇ ਘਰਾਂ ਦੇ ਕੰਮਾਂ ਨਾਲ ਸੰਬੰਧਿਤ ਜਿਹੜੇ ਸਾਡੇ ਸੰਦ ਨੇ, ਉਪਕਰਨ ਨੇ ਵੱਖਰੇ ਵੱਖਰੇ, ਉਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ, ਉਹ ਸਾਰੇ ਭੌਤਿਕ ਸਾਧਨਾਂ 'ਚ ਆਉਂਦੇ ਨੇ। ਇਸ ਤੋਂ ਇਲਾਵਾ ਪਰਿਵਾਰ ਦੀ ਜਿਹੜੀ ਕੁੱਲ ਆਮਦਨ ਹੈ, ਚਾਹੇ ਉਹ ਕਿਸੇ ਵੀ ਸਰੋਤ ਤੋਂ ਆਈ, ਕਿਤੋਂ ਵੀ ਪ੍ਰਾਪਤ ਹੋਈ ਸਾਨੂੰ, ਉਹ ਵੀ ਸਾਡਾ ਇੱਕ ਭੌਤਿਕ ਸਾਧਨ ਹੁੰਦਾ। ਸਾਡੀ ਪੂੰਜੀ, ਸਾਡੀ ਜਾਇਦਾਦ, ਸਾਡੇ ਜਿਹੜੇ ਹੈਗੇ ਆ ਟਰੈਕਟਰ ਲਗਾ ਲਓ, ਹੋਰ ਸੰਦ ਲਾ ਲਓ, ਖੇਤੀ ਦੇ ਸੰਦ, ਦਾਣੇ ਸਾਂਭਣ ਵਾਲੇ ਡਰਮ ਲਾ ਲਓ, ਕੋਈ ਵੀ ਜਿਹੜੀ ਚੀਜ਼ ਵਸਤ। ਤੇ ਇਸ ਤੋਂ ਇਲਾਵਾ ਕੁਝ ਸੇਵਾਵਾਂ ਦੇ ਵਿੱਚ ਇਵੇਂ ਆ ਜਾਂਦਾ, ਜਿਵੇਂ ਸਰਕਾਰ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਉਪਲਬਧ ਨੇ ਸਾਡੇ ਖੇਤੀ ਦੇ ਕੁਝ ਕੰਮਾਂ ਨੂੰ ਸਿਰੇ ਚੜਾਉਣ ਲਈ। ਮੰਨ ਲਓ ਦਾਣੇ ਸੰਭਾਲਣ ਵਾਲਾ ਢੋਲ ਹੀ ਆ, ਉਹ ਪ੍ਰਦਰਸ਼ਨੀ ਦੇ ਤੌਰ ਤੇ ਪਿੰਡਾਂ ਦੇ ਵਿੱਚ ਦਿੱਤੇ ਜਾਂਦੇ ਕਈ ਵਾਰੀ। ਜਿਨ੍ਹਾਂ ਨੂੰ ਗਿਆਨ ਹੋਊਗਾ ਇਸ ਚੀਜ਼ ਦਾ ਵੀ ਇਦਾਂ ਦੀਆਂ ਸੇਵਾਵਾਂ ਮਿਲਦੀਆਂ ਨੇ, ਉਹ ਉਹਨਾਂ ਦਾ ਫਾਇਦਾ ਉਠਾਉਣਗੇ। ਨਿਸ਼ਚਿਤ ਹੀ ਹੈ ਕਿ ਆਪਣੀ ਆਮਦਨ ਦਾ ਕੁਝ ਹਿੱਸਾ ਬਚਾਉਣਗੇ। ਆਮਦਨ ਇੱਕ ਬਹੁਤ ਹੀ ਐਵੇਂ ਦਾ ਸਾਧਨ ਹੈ ਜਿਹੜਾ ਕਿ ਦਿਨੋਂ ਦਿਨ ਹਰ ਪਰਿਵਾਰ ਨੂੰ ਇਉਂ ਲੱਗਦਾ ਹੈ ਕਿ ਲੋੜਾਂ ਦੇ ਹਿਸਾਬ ਨਾਲ ਆਮਦਨ ਸੁੰਗੜਦੀ ਜਾਂਦੀ ਹੈ। ਬਹੁਤ ਹੀ ਮਹੱਤਵਪੂਰਨ ਇਹ ਸਾਧਨ। ਇਹ ਸਾਰੇ ਸਾਧਨ ਜਿਹੜੇ ਨੇ ਆਮ ਤੌਰ ਤੇ ਸਮਾਂ ਤੇ ਪੈਸਾ ਤੇ ਚੀਜ਼ਾਂ ਵਸਤਾਂ, ਸਾਰੇ ਸੰਦ ਸਾਡੇ, ਇਹ ਸਾਰੇ ਹੀ ਰਿਆੜ ਸਾਹਿਬ ਭੌਤਿਕ ਸਾਧਨਾਂ 'ਚ ਆ ਜਾਂਦੇ ਨੇ। ਸੋ ਇਹਨਾਂ ਦੀ ਮੁਕੰਮਲ ਜਾਣਕਾਰੀ ਤੇ ਇਹਨਾਂ ਦੀ ਸਹੀ ਵਰਤੋਂ, ਸਹੀ ਚੋਣ ਜਿਹੜੀ ਹੈ ਉਹ ਵੀ ਸਾਨੂੰ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਰਿਵਾਰਕ ਪੱਧਰ ਤੇ ਘਰੇਲੂ ਤੇ ਖੇਤੀ ਕਾਰਜਾਂ ਦਾ ਜਿਹੜੇ ਸਾਧਨ ਨੇ ਉਹਨਾਂ ਦਾ ਪ੍ਰਬੰਧ ਸੁਚੱਜਾ ਹੋਵੇ। ਸੋ ਬਹੁਤ ਜ਼ਰੂਰੀ ਹੈ ਕਿਸਾਨ ਸਵਾਣੀਓ ਕਿ ਸੁਚੱਜਾ ਪ੍ਰਬੰਧ ਤੋਂ ਬਗੈਰ ਜਿਹੜਾ ਹੈ ਉਹ ਜੀਵਨ ਵੀ ਖੁਸ਼ਹਾਲ ਜਿਹੜਾ ਉਹ ਨਹੀਂ ਹੋ ਸਕਦਾ। ਜਿਵੇਂ ਮੈਡਮ ਹੁਣਾਂ ਨੇ ਗੱਲ ਕੀਤੀ ਹੈ ਕਿ ਮਨੁੱਖੀ ਵਿਕਾਸ ਜਾਂ ਮਨੁੱਖੀ ਸਾਧਨਾਂ ਬਾਰੇ, ਉਸੇ ਤਰ੍ਹਾਂ ਹੀ ਭੌਤਿਕ ਸਾਧਨਾਂ ਬਾਰੇ ਗੱਲ ਕੀਤੀ ਹੈ। ਅਗਾਂਹ ਅੱਗੇ ਅਸੀਂ ਕਿਰਤ ਵਿਗਿਆਨ ਸਾਧਨਾਂ ਬਾਰੇ ਗੱਲਬਾਤ ਵੀ ਕਰਾਂਗੇ। ਇੱਥੇ ਮੈਡਮ ਇੱਕ ਇਹ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਰੁਚੀ ਹੋਣੀ ਬਹੁਤ ਜ਼ਰੂਰੀ ਆ। ਜੋ ਹੁਣ ਆਮ ਅਸੀਂ ਦੇਖ ਰਹੇ ਹਾਂ ਕਿ ਜੋ ਸਾਡੇ ਨੌਜਵਾਨ ਨੇ ਪਿੰਡਾਂ ਦੇ ਵਿੱਚ, ਉਹਨਾਂ ਦੀ ਖੇਤੀਬਾੜੀ ਦੇ ਵਿੱਚੋਂ ਰੁਚੀ ਜਿਹੜੀ ਥੋੜ੍ਹੀ ਜਿਹੀ ਘਟਦੀ ਜਾ ਰਹੀ ਆ। ਉਸ ਬਾਬਤ ਵੀ ਕੋਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੁਸੀਂ ਬੈਠੇ ਹੋ, ਉਹਦੇ ਬਾਬਤ ਵੀ ਕੋਈ ਸਿਖਲਾਈ ਪ੍ਰੋਗਰਾਮ ਜਾਂ ਇਹੋ ਜਿਹਾ ਕੋਈ ਕਾਰਜ ਤੁਸੀਂ ਆਰੰਭਿਆ ਜਿਹਦੇ ਨਾਲ ਤੁਸੀਂ ਨੌਜਵਾਨਾਂ ਨੂੰ ਇਹ ਦੁਬਾਰਾ ਤੁਸੀਂ ਕਹੋ ਕਿ ਖੇਤੀਬਾੜੀ ਦੇ ਵਿੱਚ ਲੱਗ, ਕਿਉਂਕਿ ਖੇਤੀਬਾੜੀ ਵੀ ਇੱਕ ਇੰਡਸਟਰੀ ਹੈ ਜਿਹਨੇ ਬਣਾ ਲਈ ਆ, ਉਹਦੇ ਵਾਸਤੇ ਬਹੁਤ ਵੱਡਾ ਇਹੋ ਜਿਹੇ ਕੋਈ ਸਿਖਲਾਈ ਪ੍ਰੋਗਰਾਮ ਤੁਸੀਂ ਲਗਾਉਂਦੇ ਹੋ? ਹਾਂਜੀ ਰਿਆੜ ਸਾਹਿਬ, ਬਹੁਤ ਤੁਸੀਂ ਸੋਹਣਾ ਸਵਾਲ ਪੁੱਛਿਆ ਕਿ ਵੀ ਆਪਾਂ ਇੱਕ ਤਾਂ ਇਹ ਜ਼ਰੀਆ ਹੈਗਾ ਪਿੰਡਾਂ ਦੀਆਂ ਸੁਆਣੀਆਂ ਤੇ ਪਿੰਡਾਂ ਦੇ ਨੌਜਵਾਨਾਂ ਤੱਕ ਪਹੁੰਚਣ ਦਾ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਜਿਸ ਤਰ੍ਹਾਂ ਮਰਜ਼ੀ ਵੀ ਅਸੀਂ ਪਿੰਡੋਂ ਸ਼ਹਿਰਾਂ ਨੂੰ ਭੱਜ ਲਈਏ ਜਾਂ ਕੁਝ ਵੀ ਕਰ ਲਈਏ, ਲੇਕਿਨ ਅਜੇ ਵੀ ਸਾਡੇ ਸੂਬੇ ਦੀ ਜਿਹੜੀ ਮੁੱਖ ਆਮਦਨ ਹੈ, ਮੁੱਖ ਕਿੱਤਾ ਉਹ ਖੇਤੀਬਾੜੀ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ। ਉਹ ਅਲੱਗ ਗੱਲ ਹੈ ਕਿ ਵੀ ਹੁਣ ਪਹਿਲਾਂ ਖੇਤੀ ਜਿਹੜੀ ਹੈ ਉਹ ਪ੍ਰਾਇਮਰੀ ਪੱਧਰ ਤੇ ਸੀ, ਹੁਣ ਉਹਦੇ ਸੈਕੰਡਰੀ ਤੇ ਟਰਸ਼ਰੀ ਪੱਧਰ ਵੀ ਆ ਗਏ ਨੇ। ਸੋ ਜੇਕਰ ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਕਾਰਜਾਂ ਨਾਲ ਨਹੀਂ ਜੁੜਾਂਗੇ, ਭਾਵੇਂ ਉਹ ਵਿਦਿਅਕ ਪੱਧਰ ਤੇ ਹੈ ਜਾਂ ਫਿਰ ਉਹ ਤੁਸੀਂ ਕਹਿ ਲਓ ਜਿਵੇਂ ਵਿਦਿਆ ਦੇ ਵਿੱਚ ਵੀ ਇੱਕ ਤਾਂ ਹੈ ਬਕਾਇਦਾ ਕੋਰਸਾਂ ਵਾਲਾ ਪੱਧਰ, ਪਰ ਉਸ ਤੋਂ ਇਲਾਵਾ ਵੀ ਉਹ ਨੌਜਵਾਨ ਜਿਹੜੇ ਸਕੂਲ ਦੀ ਪੜ੍ਹਾਈ ਛੱਡ ਚੁੱਕੇ ਨੇ ਜਾਂ ਜਿਹੜੀ ਕੱਲੀ ਵਿਦਿਆ ਦੇ ਵਿੱਚ ਬਹੁਤੀ ਰੁਚੀ ਨਹੀਂ ਰੱਖਦੇ, ਲੇਕਿਨ ਉਹਨਾਂ ਨੂੰ ਇੱਕ ਬਹੁਤ ਹੀ ਦਿਲਚਸਪ ਤਰੀਕੇ ਦੇ ਨਾਲ ਜਿਹੜੇ ਟ੍ਰੇਨਿੰਗ ਕੋਰਸਿਸ ਜਾਂ ਤਕਨੀਕੀ ਸਿੱਖਿਆ ਦੇ ਜਿਹੜੇ ਕੋਰਸ ਹੈ ਉਹ ਵੱਖ-ਵੱਖ ਤਰੀਕਿਆਂ ਨਾਲ ਲਵਾਏ ਜਾਂਦੇ ਨੇ। ਉਹਨਾਂ ਦੇ ਵਿੱਚ ਜੇ ਤਾਂ ਆਪਾਂ ਕਹੀਏ ਵੀ ਸਾਰੇ ਜਣੇ ਲੁਧਿਆਣਾ ਯੂਨੀਵਰਸਿਟੀ ਤੱਕ ਨਹੀਂ ਵੀ ਪਹੁੰਚ ਸਕਦੇ, ਜਿਹੜੇ ਬਹੁਤ ਦੂਰ ਦੇ ਪਿੰਡਾਂ 'ਚ ਬੈਠੇ ਨੇ, ਸੋ ਉਹਨਾਂ ਦੀ ਸਹੂਲਤ ਵਾਸਤੇ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜੇ ਹੈ KVK ਖੋਲ੍ਹੇ ਹੋਏ ਨੇ। ਉੱਥੇ ਵੀ ਜਿਹੜੇ ਤੁਸੀਂ ਆਪਣੇ ਜ਼ਿਲ੍ਹੇ ਦੇ KVK ਦਾ ਜਿਹੜਾ ਫ਼ੋਨ ਨੰਬਰ ਹੈ ਉਹ ਨੋਟ ਕਰਕੇ ਉੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ 'ਚ ਤੁਸੀਂ ਰੁਚੀ ਰੱਖਦੇ ਹੋ ਉਹਦੇ 'ਚ ਆਪਣਾ ਨਾਮ ਦਰਜ ਕਰਾ ਸਕਦੇ ਹੋ, ਔਰ ਜਦੋਂ ਤੁਹਾਡੀ ਵਾਰੀ ਆਏਗੀ ਤੁਹਾਨੂੰ ਜਿਹੜਾ ਉਹ ਫ਼ੋਨ ਕਰਕੇ ਦੱਸਿਆ ਜਾਂਦਾ ਹੈਗਾ। ਇੰਨਾ ਹੀ ਨਹੀਂ, ਉਸ ਤੋਂ ਬਾਅਦ ਬਕਾਇਦਾ ਤੁਹਾਨੂੰ ਕੰਮ ਖੋਲ੍ਹਣ ਦੇ ਵਿੱਚ ਜੋ ਹੋਰ ਵੀ ਜਦੋਂ ਤਕਨੀਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਵੀ ਮਾਹਰ ਜਿਹੜੇ ਨੇ ਤੁਹਾਡਾ ਪੂਰਾ ਸਾਥ ਦਿੰਦੇ ਨੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿੱਚ ਵੀ ਕਿਸਾਨਾਂ ਤੇ ਕਿਸਾਨ ਬੀਬੀਆਂ ਦੀ ਜਿਹੜੀ ਹੈ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਵਾਸਤੇ
ਕੈਰੋਂ ਕਿਸਾਨ ਘਰ ਵਿਖੇ ਵੱਖਰੀ ਤਰ੍ਹਾਂ ਦੇ ਜਿਹੜੇ ਟ੍ਰੇਨਿੰਗ ਕੋਰਸ ਨੇ ਉਹ ਬਕਾਇਦਾ ਉਹਨਾਂ ਦੀ ਜਿਹੜੀ ਇੱਕ ਸਾਰਣੀ ਬਣਾਈ ਜਾਂਦੀ ਹੈ, ਜਿਹੜੀ ਕਿ ਦੂਰਦਰਸ਼ਨ ਰਾਹੀਂ ਤੇ ਹੋਰ ਵੀ ਸਾਧਨਾਂ ਦੁਆਰਾ, ਮੀਡੀਆ ਦੇ ਸਾਧਨਾਂ ਦੁਆਰਾ ਜਿਹੜੀ ਹੈ ਪੇਂਡੂ ਭੈਣਾਂ, ਪੇਂਡੂ ਨੌਜਵਾਨਾਂ ਤੱਕ ਪਹੁੰਚਾਈ ਜਾਂਦੀ ਹੈ। ਔਰ ਇਸ ਤੋਂ ਇਲਾਵਾ ਵਿਭਾਗ ਦੇ ਵਿੱਚ ਵੀ ਵਿਦਿਅਕ ਕੋਰਸਾਂ ਤੋਂ ਇਲਾਵਾ ਵੀ ਪੇਂਡੂ ਸੁਆਣੀਆਂ ਤੇ ਪੇਂਡੂ ਨੌਜਵਾਨ ਲੜਕੀਆਂ ਵਾਸਤੇ ਵੱਖ-ਵੱਖ ਤਰ੍ਹਾਂ ਦੇ ਸਿਖਲਾਈ ਕੋਰਸ ਜਿਹੜੇ ਹੈ ਉਹ ਲਗਾਏ ਜਾਂਦੇ ਨੇ। ਸੋ ਬਹੁਤ ਹੀ ਇੱਕ ਮਹੱਤਵਪੂਰਨ ਜਾਣਕਾਰੀ ਜਿਹੜੀ ਡਾਕਟਰ ਮੈਡਮ ਹੋਣਾ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਹੁਤ ਜ਼ਿਆਦਾ ਸਿਖਲਾਈ ਪ੍ਰੋਗਰਾਮ ਜਿਹੜੇ ਨੇ ਉਹ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲਗਾਏ ਜਾਂਦੇ ਨੇ। ਜਿਵੇਂ ਇਹਨਾਂ ਨੇ ਲੰਬੇ ਟ੍ਰੇਨਿੰਗ ਪ੍ਰੋਗਰਾਮ, ਛੋਟੇ ਪ੍ਰੋਗਰਾਮ ਦੀ ਵੀ ਗੱਲਬਾਤ ਕੀਤੀ ਹੈ। ਔਰ ਹੁਣੇ ਹੀ ਜਿਵੇਂ ਕਿ ਨੌਜਵਾਨਾਂ ਵਾਸਤੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਹੈ, ਉਹਨਾਂ ਵਾਸਤੇ 3 ਮਹੀਨੇ ਦਾ ਇੱਕ ਜਿਹੜਾ ਸੰਯੁਕਤ ਖੇਤੀਬਾੜੀ ਪ੍ਰੋਗਰਾਮ ਵੀ ਅਸੀਂ ਲਗਾਉਣ ਜਾ ਰਹੇ ਹਾਂ, ਜਿਹੜੇ ਕਿ ਕੈਰੋਂ ਕਿਸਾਨ ਘਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਔਰ 28 ਤਰੀਕ ਤੱਕ ਤੁਸੀਂ ਉਹਦੀ ਐਪਲੀਕੇਸ਼ਨ ਵੀ ਸਾਡੇ ਕੋਲ ਦੇ ਸਕਦੇ ਹੋ। ਮੈਡਮ, ਇਸ ਅਹਿਮ ਜਾਣਕਾਰੀ ਦੇ ਨਾਲ ਜਿਵੇਂ ਆਪਾਂ ਕਿਰਤ ਵਿਗਿਆਨ ਦੀ ਗੱਲ ਵੀ ਕਰਾਂਗੇ ਕਿ ਉਹ ਸਾਧਨ ਨੂੰ ਅਸੀਂ ਕਿਸ ਤਰ੍ਹਾਂ ਵਰਤ ਸਕਦੇ ਹਾਂ, ਕਿਸ ਤਰ੍ਹਾਂ ਗਿਆਨ ਦੇ ਵਿੱਚ ਲਿਆ ਸਕਦੇ ਹਾਂ। ਜੀ, ਜਦੋਂ ਸੁਚੱਜੇ ਸਾਧਨ ਪ੍ਰਬੰਧ ਦੀ ਗੱਲ ਆਉਂਦੀ ਹੈ ਰਿਆੜ ਸਾਹਿਬ, ਉਹ ਨਾ ਅਧੂਰਾ ਰਹਿ ਜਾਂਦਾ ਜੇ ਆਪਾਂ ਇਹ ਸਮਝ ਲਈਏ ਕਿ ਸੁਆਣੀਆਂ ਨੂੰ ਕਿਰਤ ਵਿਗਿਆਨ ਦਾ ਜਿਹੜਾ ਗਿਆਨ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਕਿਰਤ ਵਿਗਿਆਨ ਜਿਹਨੂੰ ਆਪਾਂ ਅੰਗਰੇਜ਼ੀ 'ਚ ਇਹਨੂੰ ਐਰਗੋਨੋਮਿਕਸ ਦੀ ਸਾਇੰਸ ਕਹਿ ਦਿੰਦੇ ਹਾਂ, ਪਰ ਮੈਂ ਸੁਆਣੀਆਂ ਦੀ ਭਾਸ਼ਾ 'ਚ ਹੀ ਥੋੜ੍ਹਾ ਕੋਸ਼ਿਸ਼ ਕਰੂੰਗੀ ਦੱਸਣ ਦੀ ਕਿ ਇਹ ਉਹ ਵਿਗਿਆਨ ਹੈ ਜਿਹਦੇ ਵਿੱਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਜਦੋਂ ਕੋਈ ਵੀ ਕਾਰਜ ਆਪਾਂ ਨੇ ਕਰਨਾ ਹੈ, ਉਹ ਚਾਹੇ ਖੇਤੀ ਦਾ ਕੰਮ ਹੈ, ਚਾਹੇ ਘਰ ਦਾ ਕੋਈ ਕੰਮ ਹੈ, ਉਸ ਦੇ ਵਿੱਚ 3 ਜਿਹੜੇ ਨੇ ਨੁਕਤੇ, 3 ਮੂਲ ਜਿਹੜੇ ਉਹਦੇ ਵਿੱਚ ਚੀਜ਼ਾਂ ਭਾਗ ਲੈਂਦੀਆਂ ਨੇ। ਇੱਕ ਤਾਂ ਕੰਮ ਆ, ਜਿਹੜਾ ਕੰਮ ਕਰਦਾ, ਚਾਹੇ ਉਹ ਸੁਆਣੀ ਹੈ ਜਾਂ ਕਿਸਾਨ ਹੈ। ਦੂਸਰਾ ਉਹ ਕਾਰਖਾਨਾ ਜਾਂ ਉਹ ਥਾਂ, ਉਹ ਖੇਤ ਹੋਵੇ, ਘਰ ਦੀ ਰਸੋਈ ਹੋਵੇ ਜਾਂ ਕੋਈ ਹੋਰ ਕਾਰਜ ਦੀ ਜਗ੍ਹਾ ਹੋਵੇ। ਤੇ ਤੀਸਰਾ ਜਿਹੜੇ ਉਹਦੇ ਲਈ ਸੰਦ ਵਰਤੇ ਜਾਂਦੇ ਨੇ ਕਿ ਇਹਨਾਂ ਤਿੰਨਾਂ ਦੇ ਵਿੱਚ ਇੱਕ ਸੰਤੁਲਨ ਬਣਾਏ ਜਾਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਔਰ ਉਹ ਸੰਤੁਲਨ ਤਾਂ ਹੀ ਬਣਦਾ, ਪਹਿਲਾ ਇਹਦੇ 'ਚ ਜਿਹੜਾ ਨੁਕਤਾ ਉਹ ਹੈਗਾ ਕੰਮ, ਕਿ ਕਾਮੇ ਦੀ ਜਿਹੜੀ ਸਰੀਰਕ ਤੇ ਮਾਨਸਿਕ ਸਿਹਤ ਜਿਹੜੀ ਹੈ ਉਹ ਬਹੁਤ ਵਧੀਆ ਹੋਵੇ ਔਰ ਉਹਦੇ ਲਈ ਹਰ ਹੀਲਾ ਕਰਨਾ ਚਾਹੀਦਾ ਸਾਨੂੰ। ਦੂਸਰਾ ਜਿਹੜਾ ਉਹਦੇ 'ਚ ਅੰਗ ਹੈਗਾ ਉਹ ਹੈ ਕੰਮ ਕਰਨ ਦੀ ਥਾਂ। ਉਹਦੇ ਵਿੱਚ ਵੀ ਕੰਮ ਕਰਨ ਦੀ ਥਾਂ ਜੇਕਰ ਕਾਮੇ ਦੀ ਸਿਹਤ ਦੇ ਲਈ ਜਾਂ ਕੰਮ ਕਰਨ ਦੇ ਅਨੁਕੂਲ ਨਹੀਂ ਹੋਏਗੀ ਤਾਂ ਸਾਡੇ ਕੋਲ ਜਿਹੜੇ ਮਨ ਚਾਹੇ ਨਤੀਜੇ ਜਾਂ ਘੱਟ ਤੋਂ ਘੱਟ ਸਾਧਨਾਂ ਨਾਲ ਵੱਧ ਤੋਂ ਵੱਧ ਲੋੜਾਂ ਪੂਰੀਆਂ ਕਰਨ ਦੇ ਨਤੀਜੇ ਅਸੀਂ ਨਹੀਂ ਪ੍ਰਾਪਤ ਕਰ ਸਕਦੇ। ਜੇਕਰ ਜਿਹੜੀ ਜਗ੍ਹਾ ਹੈਗੀ ਆ ਕੰਮ ਕਰਨ ਦੀ, ਕਾਰਖਾਨਾ ਚਾਹੇ ਉਹ ਖੇਤ ਹੈ ਚਾਹੇ ਉਹ ਕੁਛ ਹੋਰ ਹੈ। ਤੇ ਤੀਸਰੇ ਆਗੇ ਕੰਮ ਕਰਨ ਦੇ ਜਿਹੜੇ ਸੰਦ ਨੇ ਜਾਂ ਉਪਕਰਨ ਨੇ, ਜੇਕਰ ਉਹ ਸੁਆਣੀ ਦੇ ਜਾਂ ਕਿਸਾਨ ਦੇ ਵਰਤੋਂ ਦੇ ਅਨੁਸਾਰ, ਜਿਨ੍ਹਾਂ ਨੂੰ ਆਪਾਂ ਅੰਗਰੇਜ਼ੀ 'ਚ ਯੂਜ਼ਰ ਫਰੈਂਡਲੀ ਵੀ ਕਹਿ ਦਿੰਦੇ ਹਾਂ ਜਾਂ ਐਰਗੋਨੋਮਿਕ ਸੰਦ ਕਹਿ ਦਿੰਦੇ ਹਾਂ, ਇਹਦੇ 'ਤੇ ਬਹੁਤ ਜ਼ਿਆਦਾ ਖੋਜਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਸੰਦ ਜਿਹੜੇ ਨੇ ਉਹ ਸੁਆਣੀਆਂ ਦੇ ਜਾਂ ਕੰਮ ਕਰਨ ਵਾਲੇ ਕਾਮਿਆਂ ਦੇ ਵਰਤੋਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਉਹਨਾਂ ਦੀ ਸਰੀਰਕ ਬਣਤਰ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬਣਾਏ ਜਾਣ। ਔਰ ਸੁਆਣੀਆਂ ਨੂੰ ਇਹ ਗਿਆਨ ਹੋਣਾ ਤਾਂ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਜਦੋਂ ਉਪਕਰਨ ਖਰੀਦਣ ਜਾਣਾ, ਸੰਦ ਲੈਣ ਜਾਣਾ, ਤਾਂ ਉਹਨਾਂ ਨੂੰ ਇਹਦੀ ਜਿਹੜੀ ਲੋੜ ਜ਼ਰੂਰ ਪੈਂਦੀ ਹੈ। ਸੋ ਇਹ ਗਿਆਨ ਵੀ ਸੁਆਣੀਆਂ ਨੂੰ ਜ਼ਰੂਰ ਹਾਸਲ ਕਰਨਾ ਚਾਹੀਦਾ। ਸੋ ਬਹੁਤ ਜ਼ਰੂਰੀ ਹੈ। ਜਿਵੇਂ ਕਿ ਡਾਕਟਰ ਮੈਡਮ ਸਾਰੀਆਂ ਸੁਆਣੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਸੁਚੱਜੇ ਪ੍ਰਬੰਧ ਕੀ ਨੇ, ਕਿਸੇ ਇਸ ਤਰ੍ਹਾਂ ਹੀ ਇਹਨਾਂ ਨੇ ਸਾਰਾ ਮਨੁੱਖੀ ਸਾਧਨਾਂ ਬਾਰੇ, ਭੌਤਿਕ ਸਾਧਨਾਂ ਬਾਰੇ ਔਰ ਤਕਨੀਕੀ ਜਾਣਕਾਰੀ ਕਿਵੇਂ ਹੋਣੀ ਚਾਹੀਦੀ ਉਸ ਬਾਬਤ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਿਖਲਾਈ ਲੈ ਕੇ ਔਰ ਇਹ ਗਿਆਨ ਦੇ ਵਿੱਚ ਵਾਧਾ ਕਰੋਗੇ ਔਰ ਆਪਣੇ ਸੁਚੱਜੇ ਪ੍ਰਬੰਧ ਨੂੰ ਇਸੇ ਤਰ੍ਹਾਂ ਔਰ ਚੰਗੇ ਤਰੀਕੇ ਦੇ ਨਾਲ ਘਰੇਲੂ ਆਮਦਨ ਨੂੰ ਤਰੀਕੇ ਦੇ ਨਾਲ ਚਲਾਓਗੇ ਔਰ ਸੁਚੱਜਾ ਪ੍ਰਬੰਧ ਤੁਹਾਡਾ ਹੋ ਸਕਦਾ ਹੈ। ਸੋ ਡਾਕਟਰ ਮੈਡਮ ਨਰਿੰਦਰਜੀਤ ਜੀ, ਸਾਡੇ ਕਿਸਾਨ ਦੋਸਤਾਂ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।